प्यारे दर्शकों, ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਅਸੀਂ ਤੁਹਾਡਾ ਸਭਨਾਂ ਦਾ ਸਵਾਗਤ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੰਗੇ ਭਲੇ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋ ਸਕੀਏ। ਦੋਸਤੋ, ਪਿਛਲੇ ਕਈ ਦਿਨਾਂ ਤੋਂ ਅਸੀਂ ਦਾਨੀਏਲ ਨਬੀ ਦੀ ਪੁਸਤਕ ਦਾ ਅਧਿਐਨ ਕਰ ਰਹੇ ਹਾਂ। ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 9 ਅਧਿਆਏ ਦੇ ਵਚਨਾਂ ਉੱਤੇ ਮਨਨ ਕਰ ਰਹੇ ਸੀ। ਅਸੀਂ ਦਾਨੀਏਲ ਨਬੀ ਦੀ ਭਵਿੱਖਬਾਣੀ ਦੇ ਉੱਤੇ ਗੌਰ ਕਰਦੇ ਹੋਏ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਜਾਣਿਆ। ਅਸੀਂ ਹਫਤੇ ਦੇ ਅਰਥ ਨੂੰ ਸਮਝਿਆ, 70ਵੇਂ ਹਫਤੇ ਬਾਰੇ ਜਾਣਕਾਰੀ ਨੂੰ ਹਾਸਿਲ ਕੀਤਾ। ਅਸੀਂ ਦਾਨੀਏਲ ਨਬੀ ਦੀ ਭਵਿੱਖਬਾਣੀ ਦੇ ਨਾਲ ਪ੍ਰਭੂ ਯਿਸੂ ਮਸੀਹ ਜੀ ਦੇ ਸੰਬੰਧ ਨੂੰ ਵੀ ਦੇਖਿਆ, ਜਿਨ੍ਹਾਂ ਨੂੰ ਅਸੀਂ ਬਾਈਬਲ ਵਿੱਚ ਕਈ ਹੋਰ ਹਵਾਲਿਆਂ ਦੇ ਜ਼ਰੀਏ ਵੀ ਸਮਝਿਆ। ਅਸੀਂ ਜਾਣਿਆ ਕਿ ਪ੍ਰਭੂ ਯਿਸੂ ਜੀ ਦਾ ਇਸ ਧਰਤੀ ਦੇ ਉੱਤੇ 2 ਵਾਰ ਆਉਣਾ ਹੋਏਗਾ ਅਤੇ ਇਹਨਾਂ ਦੋਨਾਂ ਆਗਮਨਾਂ ਦੇ ਵਿਚਕਾਰ ਇੱਕ ਲੰਬਾ ਅੰਤਰਾਲ ਹੈ। ਅਸੀਂ ਜਾਣਿਆ ਕਿ ਜਦੋਂ ਇਸ ਧਰਤੀ ਦੇ ਉੱਤੇ ਕਲੀਸਿਆ ਦਾ ਸਮਾਂ ਸਮਾਪਤ ਹੋ ਜਾਏਗਾ ਤਾਂ ਦਾਨੀਏਲ ਦੀ ਭਵਿੱਖਬਾਣੀ ਦੀ 70ਵੇਂ ਸਾਤੇ ਦੀ ਸ਼ੁਰੂਆਤ ਹੋਏਗੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਬਚੇ ਹੋਏ ਹਿੱਸੇ ਨੂੰ ਪੂਰਾ ਕਰਨ ਦੇ ਲਈ ਅੱਗੇ ਵਧਾਂਗੇ। ਅੱਜ ਅਸੀਂ ਦਾਨੀਏਲ ਦੀ ਭਵਿੱਖਬਾਣੀ ਦੇ 70ਵੇਂ ਸਾਤੇ ਦੇ ਉੱਤੇ ਗੌਰ ਕਰਾਂਗੇ, ਜਿਵੇਂ ਕਿ 2 ਰਾਜਕੁਮਾਰਾਂ ਦੀ ਸਮਾਨਤਾ, 70ਵੇਂ ਸਾਤੇ ਦਾ ਮੁਹਰਤ, 70ਵੇਂ ਸਾਤੇ ਦਾ ਕਰਮਭੰਗ, ਮਹਾਨ ਕਲੇਸ਼ ਦੀ ਖਬਰ, ਸ਼ਾਂਤੀ ਦੇ ਰਾਜ ਦੀ ਸ਼ੁਰੂਆਤ ਆਦਿ ਆਦਿ। ਇਸ ਦੇ ਨਾਲ ਹੀ ਅਸੀਂ ਹੋਰ ਵੀ ਕੁਝ ਗੱਲਾਂ ਨੂੰ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਿੱਖਾਂਗੇ। ਸੋ ਦੋਸਤੋ, ਆਓ ਫਿਰ ਬਿਨਾਂ ਦੇਰ ਕੀਤੇ ਆਪਣੇ ਅਧਿਐਨ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹੋਏ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰਦੇ ਹਾਂ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। एक नूर दे बंदे सारे इको ही पिता हमारा, एक नूर दे बंदे सारे इको ही पिता हमारा। एक नूर नाल पैदा कीता रब ने ये जग सारा, एक नूर नाल पैदा कीता रब ने ये जग सारा। एवें जातां पातां दे विच वंडे हां, कोई जाने ना जाने। एवें जातां पातां दे विच वंडे हां, कोई जाने ना जाने। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਅਸੀਂ ਕਮਲੇ ਰਮਲੇ, ਭਾਵੇਂ ਅਸੀਂ ਸਦਾਈ। ਭਾਵੇਂ ਅਸੀਂ ਕਮਲੇ ਰਮਲੇ, ਭਾਵੇਂ ਅਸੀਂ ਸਦਾਈ। ਰੱਬ ਦਿਲਾਂ ਦੀਆਂ ਜਾਣੇ ਮਿਲਦੀ ਸੱਚੇ ਨੂੰ ਵਡਿਆਈ, ਰੱਬ ਦਿਲਾਂ ਦੀਆਂ ਜਾਣੇ ਮਿਲਦੀ ਸੱਚੇ ਨੂੰ ਵਡਿਆਈ। ਰਾਜੀ ਕਰਦਾ ਉਹ ਕੋੜੀ ਤੇ ਲੰਘਿਆ, ਕੋਈ ਜਾਣੇ ਨਾ ਜਾਣੇ। ਰਾਜੀ ਕਰਦਾ ਉਹ ਕੋੜੀ ਤੇ ਲੰਘਿਆ, ਕੋਈ ਜਾਣੇ ਨਾ ਜਾਣੇ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ,
कोई जाने ना जाने। रब सबना दा साझा है ते कई बणियां ने जाता, रब सबना दा साझा है ते कई बणियां ने जाता। आओ सारे रल मिल करिए यसु मसीह दियां बातां, आओ सारे रल मिल करिए यसु मसीह दियां बातां। इको ही आत्मा ते इको जहे बंदे हां, कोई जाने ना जाने। इको ही आत्मा ते इको जहे बंदे हां, कोई जाने ना जाने। असी यसु मसीह दे विच रंगे हां, कोई जाने ना जाने। भावें चंगे ते भावें मंदे हां, कोई जाने ना जाने। असी यसु मसीह दे विच रंगे हां। ਭਾਗ ਊੜਾ ਦੋ ਰਾਜਕੁਮਾਰਾਂ ਦੀ ਸਮਾਨਤਾ। ਸ਼ਾਸਤਰ ਸਾਨੂੰ ਦੋ ਰਾਜਕੁਮਾਰਾਂ ਦੇ ਬਾਰੇ ਦੱਸਦਾ ਹੈ। ਤੁਹਾਨੂੰ ਜ਼ਰੂਰਤ ਹੈ ਕਿ ਤੁਸੀਂ ਉਹਨਾਂ ਨੂੰ ਜਾਣੋ। ਸਭ ਤੋਂ ਪਹਿਲਾਂ ਰਾਜਕੁਮਾਰ ਮਸੀਹ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਸ ਦੀ ਸਮਾਨਤਾ ਵਿੱਚ ਵੀ ਇੱਕ ਹੈ। ਤਦ ਇੱਕ ਰਾਜਕੁਮਾਰ ਹੈ ਜੋ ਆਵੇਗਾ ਅਤੇ ਇਹ ਰਾਜਕੁਮਾਰ ਜੋ ਆਵੇਗਾ ਉਸ ਦਾ ਨਾਮ ਹੈ ਮਸੀਹ ਵਿਰੋਧੀ। ਦਾਨੀਅਲ 7 ਇਸ ਨੂੰ ਛੋਟੇ ਸਿੰਘਾਂ ਨਾਲ ਪ੍ਰਗਟ ਕਰਦਾ ਹੈ। ਇਹ ਕਰੜੇ ਮੂੰਹ ਵਾਲਾ ਹੈ, ਇਹ ਪਾਪ ਦਾ ਪੁਰਖ ਹੈ। ਇਸ ਮਸੀਹ ਵਿਰੋਧੀ ਦੇ ਕਈ ਹੋਰ ਨਾਮ ਵੀ ਹਨ। ਕਈ ਨਾਮਾਂ ਦੇ ਦੁਆਰਾ ਇਹ ਜਾਣਿਆ ਜਾਂਦਾ ਹੈ। ਐਤ 27 ਦੱਸਦੀ ਹੈ ਕਿ ਇਹ ਮਸੀਹ ਵਿਰੋਧੀ ਕਲੇਸ਼ ਸ਼ੁਰੂ ਹੋਣ ਤੋਂ ਪਹਿਲਾਂ ਯਹੂਦੀਆਂ ਨਾਲ ਇੱਕ ਸਾਤੇ ਲਈ ਪੱਕੀ ਵਾਚਾ ਬੰਨੇਗਾ। ਇੱਕ ਸਾਤਾ ਕਿੰਨੇ ਸਮੇਂ ਦਾ ਹੋਵੇਗਾ? 7 ਸਾਲ ਲਈ। ਭਾਗ ਐੜਾ 70ਵੇਂ ਸਾਤੇ ਦਾ ਮਹੂਰਤ। ਪੂਰੇ ਜਗਤ ਵਿੱਚ ਯਹੂਦੀਆਂ ਦੀ ਸਭ ਤੋਂ ਵੱਡੀ ਇਹ ਇੱਛਾ ਹੈ ਕਿ ਉਹਨਾਂ ਦੇ ਮੰਦਰ ਦਾ ਪੁਨਰ ਨਿਰਮਾਣ ਹੋ ਜਾਵੇ ਅਤੇ ਉਹ ਆਪਣੇ ਇਸ ਭਵਨ ਵਿੱਚ ਬਲੀਆਂ ਚੜਾਉਣ ਦੀ ਸ਼ੁਰੂਆਤ ਕਰ ਸਕਣ। ਤੁਸੀਂ ਅੱਜ ਵੀ ਇਸਰਾਇਲ ਵਿੱਚ ਜਾ ਕੇ ਵੇਖ ਸਕਦੇ ਹੋ ਕਿ ਯਹੂਦੀ ਬਹੁਤ ਦੁਖੀ ਹਨ ਕਿਉਂਕਿ ਉਹਨਾਂ ਦੇ ਮੰਦਰ ਦੀ ਜਗ੍ਹਾ ਉੱਤੇ ਇੱਕ ਦੂਜੀ ਇਮਾਰਤ ਦਾ ਨਿਰਮਾਣ ਹੋ ਚੁੱਕਾ ਹੈ ਅਤੇ ਉਹ ਇਸ ਇੰਤਜ਼ਾਰ ਵਿੱਚ ਹਨ ਕਿ ਕਦ ਉਹਨਾਂ ਦੇ ਮੰਦਰ ਦਾ ਪੁਨਰ ਨਿਰਮਾਣ ਹੋਵੇਗਾ। ਇੱਕ ਦਿਨ ਇੱਕ ਮਹਾਨ ਨੇਤਾ ਤਸਵੀਰ ਤੇ ਪ੍ਰਗਟ ਹੋਵੇਗਾ ਅਤੇ ਉੱਥੇ ਬੈਠ ਕੇ ਯਹੂਦੀ ਲੋਕਾਂ ਨਾਲ ਸਮਝੌਤਾ ਕਰੇਗਾ ਅਤੇ ਉਹਨਾਂ ਨੂੰ ਆਖੇਗਾ, ਮੇਰੇ ਦੋਸਤੋ, ਮੇਰੀ ਇੱਛਾ ਹੈ ਕਿ ਮੈਂ ਤੁਹਾਡੀ ਸਹਾਇਤਾ ਕਰਾਂ ਕਿ ਤੁਸੀਂ ਆਪਣੇ ਹੀ ਮੰਦਰ ਵਿੱਚ ਬੈਠ ਕੇ ਧਾਰਮਿਕ ਭੇਟਾਂ ਚੜ੍ਹਾ ਸਕੋ। ਮੈਂ ਤੁਹਾਡੇ ਪੈਸੇ ਦੇ ਨਾਲ ਮਦਦ ਕਰਨ ਲਈ ਤਿਆਰ ਹਾਂ ਤਾਂ ਕਿ ਤੁਸੀਂ ਆਪਣੇ ਮੰਦਰ ਦੁਬਾਰਾ ਬਣਾ ਕੇ ਆਪਣੀ ਆਰਾਧਨਾ ਕਰ ਸਕੋ। ਯਹੂਦੀ ਲੋਕ ਉਸ ਉੱਤੇ ਵਿਸ਼ਵਾਸ ਕਰ ਲੈਣਗੇ ਕਿਉਂ ਜੋ ਉਹ ਉਸ ਮੰਦਰ ਵਿੱਚ ਆਪਣੀਆਂ ਬਲੀਆਂ ਤੇ ਭੇਟਾਂ ਚੜਾਉਣ ਲਈ ਬੇਤਾਬ ਹਨ। ਉਹ ਉਹਨਾਂ ਨਾਲ ਸਮਝੌਤਾ ਕਰੇਗਾ ਅਤੇ ਇੱਕ ਪੱਕੀ ਵਾਚਾ ਬੰਨੇਗਾ। ਭਾਗ ਈੜੀ 70ਵੇਂ ਸਾਤੇ ਦਾ ਕਰਮ ਭੰਗ। ਜਰਾ ਧਿਆਨ ਦੇਵੋ ਕਿ ਲੇਖ ਕੀ ਆਖਦਾ ਹੈ ਅਤੇ ਸਾਤੇ ਦੇ ਅੱਧ ਵਿਚਕਾਰ ਕਦ ਜੇ ਇੱਕ ਸਾਤਾ 7 ਸਾਲ ਦਾ ਹੈ ਤਾਂ ਇਹਦਾ ਅੱਧਾ ਕੀ ਹੋਵੇਗਾ? 3.5 ਸਾਲ ਦੇ ਬਾਅਦ ਅਤੇ ਸਾਢੇ ਦੇ ਵਿਚਕਾਰ ਉਹ ਬਲੀਆਂ ਅਤੇ ਭੇਟਾਂ ਨੂੰ ਮੁਕਾ ਦੇਵੇਗਾ। 3.5 ਸਾਲ ਦੇ ਬਾਅਦ ਮਸੀਹ ਵਿਰੋਧੀ ਰੋਮ ਦਾ ਰਾਜਕੁਮਾਰ ਉਸ ਸਮਝੌਤੇ ਨੂੰ ਇਸ ਤਰ੍ਹਾਂ ਕਾਗਜ਼ ਵਾਂਗੂ ਪਾੜ ਕੇ ਇੱਕ ਪਾਸੇ ਸੁੱਟ ਦੇਵੇਗਾ ਜਿਸ ਤਰ੍ਹਾਂ ਸਮਝੌਤੇ ਵਿੱਚ ਲਿਖੀਆਂ ਗੱਲਾਂ ਉਸ ਦੇ ਲਈ ਕੋਈ ਮਾਇਨਾ ਨਹੀਂ ਰੱਖਦੀਆਂ। ਭਾਗ ਸੱਸਾ ਮਹਾਨ ਕਲੇਸ਼ ਦੀ ਖਬਰ। ਸਮਝੌਤਾ ਤੋੜ ਦਿੱਤਾ ਜਾਵੇਗਾ ਅਤੇ ਇਸ ਦਾ ਨਤੀਜਾ ਇਹ ਹੋਵੇਗਾ ਕਿ ਇੱਕ ਵੱਡੇ ਕਲੇਸ਼ ਦੀ ਸ਼ੁਰੂਆਤ ਹੋ ਜਾਵੇਗੀ ਜੋ 3.5 ਸਾਲ ਤੱਕ ਚੱਲਦੀ ਰਹੇਗੀ ਅਤੇ ਖੂਬ ਖੂਨ ਖਰਾਬਾ ਹੋਵੇਗਾ। ਲਾਸ਼ਾਂ ਹੀ ਲਾਸ਼ਾਂ ਹੋਣਗੀਆਂ। ਸ਼ਾਸਤਰ ਦੱਸਦਾ ਹੈ ਕਿ ਇੰਨੀ ਭਿਆਨਕ ਬਦਬੂ ਫੈਲ ਜਾਵੇਗੀ ਕਿ ਉਸ ਦੇ ਨੇੜਿਓਂ ਲੰਘਣ ਵਾਲੇ ਸਮੁੰਦਰੀ ਜਹਾਜ਼ ਆਪਣਾ ਰਸਤਾ ਬਦਲ ਲੈਣਗੇ। ਯਿਸੂ ਮਸੀਹ ਨੇ ਮੱਤੀ 24 ਅਧਿਆਏ 15 ਵਚਨ ਤੋਂ ਲੈ ਕੇ 22 ਵਚਨ ਦੇ ਵਿੱਚ ਆਖਿਆ ਹੈ, ਜਦ ਤੁਸੀਂ ਉਸ ਉਜਾੜਨ ਵਾਲੀ ਘਿਉਣੀ ਚੀਜ਼ ਨੂੰ ਜਿਹਦੀ ਇਹ ਖਬਰ ਕਿਸ ਨੇ ਦਿੱਤੀ? ਦਾਨੀਅਲ ਨਬੀ ਨੇ ਦਿੱਤੀ। ਯਿਸੂ ਇਸ ਲੇਖ ਦੇ ਬਾਰੇ ਗੱਲਬਾਤ ਕਰ ਰਿਹਾ ਸੀ ਜਿਸ ਨੂੰ ਅਸੀਂ ਇੱਥੇ
ਪੜ੍ਹ ਰਹੇ ਹਾਂ। ਯਿਸੂ ਮਸੀਹ ਨੇ ਆਖਿਆ, ਉਪਰੰਤ ਜਦ ਤੁਸੀਂ ਉਸ ਉਜਾੜਨ ਵਾਲੀ ਘਿਉਣੀ ਚੀਜ਼ ਨੂੰ, ਜਿਹਦੀ ਖਬਰ ਦਾਨੀਏਲ ਨਬੀ ਨੇ ਦਿੱਤੀ, ਪਵਿੱਤਰ ਥਾਂ ਵਿੱਚ ਖੜੀ ਵੇਖੋਗੇ, ਵਾਚਣ ਵਾਲਾ ਸਮਝ ਲਵੇ, ਤਦ ਉਹ ਜਿਹੜੇ ਯਹੂਦੀਆਂ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ। ਜਿਹੜਾ ਕੋਠੇ ਉੱਤੇ ਹੋਵੇ ਉਹ ਆਪਣੇ ਘਰ ਵਿੱਚੋਂ ਅਸਮਾਦ ਨੂੰ ਲੈਣ ਲਈ ਹੇਠਾਂ ਨਾ ਉਤਰੇ, ਅਤੇ ਜਿਹੜਾ ਖੇਤ ਵਿੱਚ ਹੋਵੇ ਆਪਣੇ ਲੀੜੇ ਲੈਣ ਨੂੰ ਪਿਛਾਂਹ ਨਾ ਮੁੜੇ। ਪਰ ਅਫਸੋਸ ਉਹਨਾਂ ਉੱਤੇ ਜਿਹੜੀਆਂ ਉਨੀ ਦਿਨੀ ਗਰਭਵਤੀਆਂ ਅਤੇ ਦੁੱਧ ਚੁਗਾਉਣ ਵਾਲੀਆਂ ਹੋਣ। ਪਰ ਤੁਸੀਂ ਪ੍ਰਾਰਥਨਾ ਕਰੋ ਜੋ ਤੁਹਾਡਾ ਭੱਜਣਾ ਸਿਆਲ ਵਿੱਚ ਜਾਂ ਸਬਤ ਦੇ ਦਿਨ ਨਾ ਹੋਵੇ, ਕਿਉਂ ਜੋ ਉਸ ਸਮੇਂ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੋਣ ਤੋੜੀ ਹੋਇਆ ਅਤੇ ਨਾ ਹੀ ਹੋਵੇਗਾ। ਔਰ ਜੇ ਉਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਸਰੀਰ ਨਾ ਬਚਦਾ, ਪਰ ਉਹ ਦਿਨ ਚੁਣਿਆ ਹੋਇਆਂ ਦੀ ਖਾਤਰ ਘਟਾਏ ਜਾਣਗੇ। ਦੂਜੇ ਸ਼ਬਦਾਂ ਵਿੱਚ ਯਿਸੂ ਮਸੀਹ ਨੇ ਦੱਸਿਆ ਉਹ ਸਮਾਂ ਬਹੁਤ ਹੀ ਭਿਆਨਕ ਹੋਵੇਗਾ ਜੋ ਕਲੇਸ਼ ਦੇ ਸਮੇਂ ਦੇ ਆਖਰੀ ਅੱਧ ਵਿੱਚ ਹੋਵੇਗਾ। ਭਾਗ ਹਾਹਾ, ਸ਼ਾਂਤੀ ਦੇ ਰਾਜਕੁਮਾਰ ਦੀ ਸ਼ੁਰੂਆਤ। ਇਹ ਸਾਨੂੰ ਭਵਿੱਖਬਾਣੀ ਦੇ ਅੰਤ ਵਿੱਚ ਲੈ ਆਉਂਦੀ ਹੈ। ਅਤੇ ਤੁਸੀਂ ਪੁੱਛ ਸਕਦੇ ਹੋ, ਪਾਸਟਰ ਜਰਮੀਆ, ਕੀ ਇਹ ਇਦਾਂ ਹੀ ਹੈ? ਕਿ ਇਸ ਤਰ੍ਹਾਂ ਹੀ ਇਸ ਦਾ ਅੰਤ ਹੁੰਦਾ ਹੈ? ਕਿ ਸਭ ਯਹੂਦੀਆਂ ਨੂੰ ਇਸ ਵੱਲ ਗੌਰ ਕਰਨ ਦੀ ਜ਼ਰੂਰਤ ਹੈ? ਨਹੀਂ, ਸਾਨੂੰ ਜ਼ਰੂਰਤ ਹੈ ਕਿ ਪਿੱਛੇ ਜਾ ਕੇ ਗੌਰ ਕਰੀਏ ਅਤੇ ਯਾਦ ਕਰੀਏ ਕਿ ਜਬਰਾਇਲ ਨੇ ਦਾਨੀਏਲ ਨੂੰ ਆਖਿਆ ਸੀ ਕਿ ਅੰਤ ਵਿੱਚ ਯਹੂਦੀ ਲੋਕ ਉਸ ਚੀਜ਼ ਦਾ ਅਹਿਸਾਸ ਕਰਨਗੇ ਜੋ ਪਰਮੇਸ਼ਰ ਉਹਨਾਂ ਕੋਲੋਂ ਚਾਹੁੰਦਾ ਹੈ। ਐਤ 24 ਦੱਸਦੀ ਹੈ ਕਿ ਜੋ ਕੁਝ ਪਰਮੇਸ਼ਰ ਯਹੂਦੀ ਲੋਕਾਂ ਕੋਲੋਂ ਚਾਹੁੰਦਾ ਹੈ ਉਹ ਸਭ ਚੀਜ਼ਾਂ ਕਲੇਸ਼ ਦੇ ਸਮੇਂ ਦੇ ਬਾਅਦ ਪੂਰੀਆਂ ਹੋ ਜਾਣਗੀਆਂ। ਯਹੂਦੀਆਂ ਦੀ ਬੁਰਾਈ ਅਤੇ ਪਾਪ ਦਾ ਅੰਤ ਹੋ ਜਾਵੇਗਾ। 70 ਸਾਲ ਦੇ ਬਾਅਦ ਯਹੂਦੀ ਲੋਕ ਪਰਮੇਸ਼ਰ ਦੀ ਵਿਰੋਧਤਾ ਨਹੀਂ ਕਰਨਗੇ, ਪਰ ਪੂਰੇ ਇਤਿਹਾਸ ਵਿੱਚ ਯਹੂਦੀ ਲੋਕ ਪਰਮੇਸ਼ਰ ਦੀ ਵਿਰੋਧਤਾ ਕਰਦੇ ਰਹੇ। ਇਸ ਲਈ ਪਰਮੇਸ਼ਰ ਕਲੇਸ਼ ਵਿੱਚ ਉਹਨਾਂ ਦੀ ਵਿਰੋਧਤਾ ਦਾ ਅੰਤ ਕਰ ਦੇਵੇਗਾ। ਜਦ ਪਰਮੇਸ਼ਰ ਦਾ ਰਾਜ ਆਵੇਗਾ, ਪਾਪ ਅਤੇ ਬੁਰਾਈ ਯਹੂਦੀਆਂ ਤੋਂ ਦੂਰ ਹੋ ਚੁੱਕੀ ਹੋਵੇਗੀ। ਇਹ ਸਭ ਕੁਝ 70 ਸਾਲ ਦੇ ਬਾਅਦ ਹੋਵੇਗਾ। ਜਦ ਮਸੀਹ ਆਪਣੇ ਦੂਜੇ ਆਗਮਨ ਵਿੱਚ ਆਵੇਗਾ, ਇਹ ਸ਼ਾਂਤੀ ਦਾ ਰਾਜ ਹੋਵੇਗਾ। ਦਾਨੀਏਲ ਨੂੰ ਦੱਸਿਆ ਗਿਆ ਸੀ ਕਿ 490 ਸਾਲ ਦੇ ਬਾਅਦ ਪਰਮੇਸ਼ਰ ਕੋਲ ਯਹੂਦੀਆਂ ਲਈ ਯੋਜਨਾ ਹੈ। ਯਹੂਦੀਆਂ ਨੇ ਇਸ ਗੱਲ ਵੱਲ ਗੌਰ ਨਹੀਂ ਕੀਤਾ, ਨਾ ਹੀ ਅੱਜ ਕਰ ਰਹੇ ਹਨ। ਉਹ ਤਦ ਤੱਕ ਇਸ ਨੂੰ ਨਹੀਂ ਸਮਝ ਸਕਦੇ ਜਦ ਤੱਕ ਕਲੇਸ਼ ਦਾ ਸਮੇਂ ਆ ਕੇ ਖਤਮ ਨਾ ਹੋ ਜਾਵੇ। ਯਹੂਦੀਆਂ ਲਈ 70 ਸਾਲ ਠਹਿਰਾ ਦਿੱਤੇ ਗਏ ਹਨ। ਸ਼ਾਸਤਰ ਦੱਸਦਾ ਹੈ ਕਿ ਭਵਿੱਖਬਾਣੀ ਸੀਲ ਕਰ ਦਿੱਤੀ ਗਈ ਹੈ। ਇਸ ਦਾ ਕੀ ਅਰਥ ਹੈ? ਇਸ ਦਾ ਅਰਥ ਹੈ ਕਿ ਪਰਮੇਸ਼ਰ ਚਾਹੁੰਦਾ ਸੀ ਕਿ ਯਹੂਦੀ ਆਪਣੀ ਗਲਤੀ ਦਾ ਅਹਿਸਾਸ ਕਰਨ ਅਤੇ ਅਤ ਪਵਿੱਤਰ ਪ੍ਰਭੂ ਯਿਸੂ ਨੂੰ ਮਸਾ ਕਰਨ। ਬਾਈਬਲ ਦੱਸਦੀ ਹੈ 1000 ਸਾਲ ਦੇ ਰਾਜ ਵਿੱਚ ਪਰਮੇਸ਼ਰ ਦਾ ਭਵਨ ਬਣਾਇਆ ਜਾਵੇਗਾ ਅਤੇ ਇਸ ਸ਼ਾਂਤੀ ਦੇ ਰਾਜ ਦਾ ਰਾਜਾ ਯਿਸੂ ਮਸੀਹ ਹੋਵੇਗਾ। ਇਹ ਭਵਨ ਇਸ ਤਰ੍ਹਾਂ ਹੋਵੇਗਾ ਜੋ ਅੱਜ ਤੱਕ ਕਦੀ ਨਹੀਂ ਬਣਿਆ। ਨੰਬਰ 9, ਦਾਨੀਏਲ ਦੇ 70 ਸਾਲ ਦਾ ਜੋੜ। ਹੁਣ ਅਸੀਂ ਭਵਿੱਖਬਾਣੀ ਦੇ ਅੰਤ ਵਿੱਚ ਆ ਗਏ ਹਾਂ। ਹੁਣ ਸਾਨੂੰ ਆਪਣੇ ਤੋਂ ਇਹ ਪ੍ਰਸ਼ਨ ਪੁੱਛਣ ਦੀ ਜ਼ਰੂਰਤ ਹੈ, ਪਰਮੇਸ਼ਰ ਸਾਨੂੰ ਇਸ ਭਵਿੱਖਬਾਣੀ ਦੇ ਦੁਆਰਾ ਕੀ ਦੱਸਣਾ ਚਾਹੁੰਦਾ ਸੀ? ਜਦ ਕਿ ਅਸੀਂ ਦਾਨੀਏਲ ਦੇ 70 ਸਾਲ ਦੀ ਭਵਿੱਖਬਾਣੀ ਨੂੰ ਪੜ੍ਹਨ ਅਤੇ ਸਮਝਣ ਵਿੱਚ ਕਾਫੀ ਸਮਾਂ ਖਰਚ ਕਰ ਚੁੱਕੇ ਹਾਂ, ਮੈਂ ਤੁਹਾਨੂੰ ਕੁਝ ਚੀਜ਼ਾਂ ਦੱਸਣਾ ਚਾਹੁੰਦਾ ਹਾਂ ਜੋ ਇਹ ਭਵਿੱਖਬਾਣੀ ਵਿੱਚ ਮੈਨੂੰ ਦੱਸਦੀ ਹੈ ਅਤੇ ਵਿਸ਼ਵਾਸ ਕਰਦਾ ਹਾਂ ਕਿ ਇਹ ਤੁਹਾਡੇ ਲਈ ਵੀ ਮਹੱਤਵਪੂਰਨ ਹੋਣਗੀਆਂ। ਭਾਗ ਊੜਾ, ਪਰਮੇਸ਼ਰ ਦੇ ਲੋਕਾਂ ਦੀ ਨਿੱਤਤਾ। ਸਭ ਤੋਂ ਪਹਿਲਾਂ ਦਾਨੀਏਲ ਦੇ 70 ਸਾਲ ਦੀ ਭਵਿੱਖਬਾਣੀ ਸਾਨੂੰ ਪਰਮੇਸ਼ਰ ਦੇ ਲੋਕਾਂ ਦੀ ਨਿੱਤਤਾ ਦੇ ਬਾਰੇ ਸਿਖਾਉਂਦੀ ਹੈ। ਦਾਨੀਏਲ 69 ਸਾਲ ਤੱਕ ਬਾਬਲ ਵਿੱਚ ਬੰਦਕ ਸੀ ਅਤੇ ਆਪਣੇ ਲੋਕਾਂ ਤੋਂ ਦੂਰ ਸੀ। ਉਹ ਪਰਮੇਸ਼ਰ ਦਾ ਇੱਕ ਪਵਿੱਤਰ ਜਨ ਸੀ ਅਤੇ ਸ਼ਾਸਤਰ ਦੱਸਦਾ ਹੈ ਕਿ ਉਹ ਪਰਮੇਸ਼ਰ ਨੂੰ ਪਿਆਰਾ ਲੱਗਦਾ ਸੀ। ਉਹ ਬਾਬਲ ਵਿੱਚ ਇੰਨਾ ਲੰਮਾ ਸਮੇਂ ਬਿਤਾਉਣ ਦੇ ਬਾਅਦ ਸੋਚਦਾ ਹੈ ਕਿ ਪਰਮੇਸ਼ਰ ਸ਼ਾਇਦ ਮੈਨੂੰ ਭੁੱਲ ਗਿਆ ਹੈ। ਮੈਂ ਸੋਚਦਾ ਹਾਂ ਉਸ ਦੀ ਪ੍ਰਾਰਥਨਾ ਇਹ ਦੱਸਦੀ ਹੈ ਕਿ ਦਾਨੀਏਲ ਚਾਹੁੰਦਾ ਸੀ ਕਿ ਪਰਮੇਸ਼ਰ ਉਸ ਨੂੰ ਦੱਸੇ ਕਿ ਉਹ ਕੀ ਕਰਨ ਜਾ ਰਿਹਾ ਹੈ। ਪਰਮੇਸ਼ਰ ਨੇ ਦਾਨੀਏਲ ਨੂੰ ਇਹ ਭਵਿੱਖਬਾਣੀ ਦਿੱਤੀ ਕਿ ਉਹ ਜਾਣ ਸਕੇ ਕਿ ਉਸ ਨੂੰ ਭੁਲਾਇਆ ਨਹੀਂ ਹੈ ਅਤੇ ਨਾ ਹੀ ਉਸ ਨੇ ਉਹ ਵਾਅਦਾ ਭੁਲਾਇਆ ਹੈ ਜੋ ਉਸ ਨੇ ਅਬਰਾਹਮ, ਇਸਾਕ ਅਤੇ ਯਾਕੂਬ ਅਤੇ ਯਹੂਦੀ ਲੋਕਾਂ ਨਾਲ
ਕੀਤਾ ਸੀ। ਕਿਸੇ ਨੇ ਆਖਿਆ ਹੈ ਕਿ ਮਿਸਰ ਦਾ ਰਾਜਾ ਯਹੂਦੀਆਂ ਨੂੰ ਨੀਵਾਂ ਨਾ ਕਰ ਸਕਿਆ, ਲਾਲ ਸਮੁੰਦਰ ਦਾ ਪਾਣੀ ਉਹਨਾਂ ਨੂੰ ਡੁਬੋ ਨਾ ਸਕਿਆ, ਬਲਾਮ ਉਹਨਾਂ ਨੂੰ ਸ਼ਰਾਪ ਨਾ ਦੇ ਸਕਿਆ, ਬਲ ਦੀ ਭੱਠੀ ਉਹਨਾਂ ਨੂੰ ਨਾਸ਼ ਨਾ ਕਰ ਸਕੀ, ਦਾਨੀਏਲ ਦੇ ਦੇਸ਼ ਉਹਨਾਂ ਨੂੰ ਆਪਣੇ ਵਿੱਚ ਰਲਾ ਨਾ ਸਕਿਆ ਅਤੇ ਤਾਨਾਸ਼ਾਹ ਉਹਨਾਂ ਦੀ ਹਸਤੀ ਨੂੰ ਮਿਟਾ ਨਾ ਸਕੇ। ਕੀ ਇਹ ਦੁਨੀਆ ਵਿੱਚ ਅਜੀਬ ਗੱਲ ਨਹੀਂ? ਸੰਸਾਰ ਵਿੱਚ ਕਿੰਨੇ ਹੀ ਧਰਮ ਅਤੇ ਜਾਤੀਆਂ ਹਨ ਅਤੇ ਉਹ ਇੱਕ ਦੂਜੇ ਨਾਲ ਇੱਕ ਮਿਕ ਹੋ ਜਾਂਦੇ ਹਨ, ਪਰ ਯਹੂਦੀ ਤੇ ਇਹ ਗੱਲ ਲਾਗੂ ਨਹੀਂ ਹੁੰਦੀ। ਜੇ ਤੁਸੀਂ ਰੂਸ ਵਿੱਚ ਜਾਓ ਤਾਂ ਤੁਸੀਂ ਉੱਥੇ ਰਸ਼ੀਅਨ ਯਹੂਦੀ ਵੇਖੋਗੇ। ਜੇ ਤੁਸੀਂ ਜਰਮਨ ਵਿੱਚ ਜਾਓ ਤਾਂ ਤੁਸੀਂ ਜਰਮਨੀ ਯਹੂਦੀਆਂ ਨੂੰ ਮਿਲੋਗੇ। ਜੇ ਤੁਸੀਂ ਪੋਲੈਂਡ ਵਿੱਚ ਜਾਓ ਤਾਂ ਤੁਹਾਨੂੰ ਪੋਲਿਸ਼ ਯਹੂਦੀ ਮਿਲਣਗੇ। ਜੇ ਤੁਸੀਂ ਯੂਨਾਈਟਿਡ ਸਟੇਟ ਵਿੱਚ ਜਾਓ ਤਾਂ ਤੁਹਾਨੂੰ ਅਮਰੀਕਨ ਯਹੂਦੀ ਮਿਲਣਗੇ। ਯਹੂਦੀ ਭਾਵੇਂ ਕਿਤੇ ਵੀ ਚਲੇ ਜਾਣ, ਉਹ ਦੂਜੇ ਦੇਸ਼ ਦੀ ਸੰਸਕ੍ਰਿਤੀ ਨੂੰ ਨਹੀਂ ਅਪਣਾਉਂਦੇ, ਕਿਉਂਕਿ ਪਰਮੇਸ਼ਰ ਨੇ ਉਹਨਾਂ ਦੀ ਅਨੋਖੀ ਸਮਾਨਤਾ ਨੂੰ ਬਰਕਰਾਰ ਰੱਖਿਆ ਹੈ, ਕਿਉਂ ਜੋ ਇੱਕ ਦਿਨ ਉਸ ਦੀ ਯੋਜਨਾ ਆਪਣੇ ਚੁਣੇ ਹੋਏ ਲੋਕਾਂ ਲਈ ਪੂਰੀ ਹੋਣ ਜਾ ਰਹੀ ਹੈ। ਭਾਗ ਐੜਾ ਬੰਦਵਾਈ ਦਾ ਮਕਸਦ। ਦੂਜੀ ਚੀਜ਼ ਜੋ ਭਵਿੱਖਬਾਣੀ ਸਾਨੂੰ ਦੱਸਦੀ ਹੈ ਕਿ ਉਹਨਾਂ ਦੀ ਬੰਦਵਾਈ ਦਾ ਕੀ ਮਕਸਦ ਸੀ। ਜਦ ਅਸੀਂ ਉਹਨਾਂ ਦੇ 70 ਸਾਲ ਦੀ ਬੰਦਵਾਈ ਵੱਲ ਵੇਖਦੇ ਹਾਂ ਤਾਂ ਆਪਣੇ ਆਪ ਤੋਂ ਇਹ ਪ੍ਰਸ਼ਨ ਪੁੱਛੇ ਬਿਨਾਂ ਨਹੀਂ ਰਹਿ ਸਕਦੇ, ਆਖਿਰ ਇਸ ਦਾ ਮਕਸਦ ਕੀ ਹੈ? ਅਸੀਂ ਬਾਬਲ ਵਿੱਚ ਯਹੂਦੀ ਲੋਕਾਂ ਨੂੰ ਬੰਦਵਾਈ ਵਿੱਚ ਵੇਖਦੇ ਹਾਂ। ਬੰਦਵਾਈ ਵਿੱਚ ਜਾਣ ਤੋਂ ਪਹਿਲਾਂ 490 ਸਾਲਾਂ ਵਿੱਚ ਯਹੂਦੀ ਲੋਕ ਸਬਤ ਨੂੰ ਭੰਗ ਕਰਦੇ ਰਹੇ। 70 ਸਬਤ ਉਹਨਾਂ ਨੇ ਉਹ ਨਹੀਂ ਕੀਤਾ ਜੋ ਪਰਮੇਸ਼ਰ ਨੇ ਉਹਨਾਂ ਨੂੰ ਕਰਨ ਲਈ ਆਖਿਆ ਸੀ। ਇੱਕ ਸਬਤ ਸਾਲ ਵਿੱਚ ਇੱਕ ਸਾਲ ਉਹਨਾਂ ਲਈ ਪਵਿੱਤਰ ਠਹਿਰਾਇਆ ਗਿਆ ਸੀ। ਪਰਮੇਸ਼ਰ ਨੇ ਆਖਿਆ ਸੀ, ਜੇ ਤੁਸੀਂ ਇਹ ਮੈਨੂੰ ਨਹੀਂ ਦਵੋਗੇ ਤਾਂ ਇਹ ਮੈਂ ਤੁਹਾਡੇ ਕੋਲੋਂ ਲੈ ਲਵਾਂਗਾ। ਅਤੇ ਉਸ ਨੇ ਯਹੂਦੀਆਂ ਨੂੰ ਉਹਨਾਂ ਦੇ ਦੇਸ਼ ਤੋਂ ਲੈ ਲਿਆ ਅਤੇ ਬਾਬਲ ਵਿੱਚ ਭੇਜ ਦਿੱਤਾ। ਇਸ ਤਰ੍ਹਾਂ ਪਰਮੇਸ਼ਰ ਨੇ 70 ਸਾਲ ਉਹਨਾਂ ਕੋਲੋਂ ਲੈ ਲਏ, ਜਿਹੜੇ ਯਹੂਦੀਆਂ ਨੇ ਆਪਣੀ ਇੱਛਾ ਨਾਲ ਪਰਮੇਸ਼ਰ ਨੂੰ ਨਹੀਂ ਦਿੱਤੇ ਸਨ। ਪਰਮੇਸ਼ਰ ਨੇ ਇਹ ਵੀ ਆਖਿਆ ਸੀ, 490 ਸਾਲਾਂ ਦੇ ਬਾਅਦ ਮੇਰੇ ਕੋਲ ਤੁਹਾਡੇ ਭਵਿੱਖ ਲਈ ਯੋਜਨਾ ਹੈ। 70 ਸਾਲ ਪਰਮੇਸ਼ਰ ਦੇ ਚੁਣੇ ਹੋਏ ਲੋਕਾਂ ਨੂੰ ਆਪਣੇ ਦੇਸ਼ ਦੀ ਧਰਤੀ ਤੋਂ ਦੂਰ ਰਹਿਣਾ ਪਿਆ। ਕੀ ਇਹ ਵਿਅਰਥ ਗੱਲ ਨਹੀਂ ਸੀ? ਮੈਂ ਇਸ ਬਾਰੇ ਤੁਹਾਨੂੰ ਕੁਝ ਦੱਸਦਾ ਹਾਂ, ਸ਼ਾਇਦ ਤੁਸੀਂ ਇਸ ਬਾਰੇ ਕਦੇ ਨਾ ਸੋਚਿਆ ਹੋਵੇ। ਯਹੂਦੀ ਲੋਕ ਮੂਰਤੀ ਪੂਜਕ ਹੋ ਗਏ ਸਨ। ਪੁਰਾਣੇ ਨੇਮ ਵਿੱਚ ਤੁਸੀਂ ਯਹੂਦੀਆਂ ਨੂੰ ਕਿਸੇ ਮੂਰਤੀ ਦੇ ਅੱਗੇ ਝੁਕਦੇ ਹੋਏ ਵੇਖਿਆ ਹੋਵੇਗਾ। ਪਰਮੇਸ਼ਰ ਉਹਨਾਂ ਤੋਂ ਇਹ ਆਸ਼ਾ ਨਹੀਂ ਕਰਦਾ ਸੀ। ਜਿਸ ਤਰ੍ਹਾਂ ਹੀ ਉਹਨਾਂ ਦੀ ਬੰਦਵਾਈ ਖਤਮ ਹੋਈ, ਯਹੂਦੀਆਂ ਨੇ ਫਿਰ ਕਦੇ ਮੂਰਤੀ ਪੂਜਾ ਨਾ ਕੀਤੀ। ਯਹੂਦੀਆਂ ਦਾ ਇਤਿਹਾਸ ਦੱਸਦਾ ਹੈ ਕਿ ਐਸਾ ਕੋਈ ਵੀ ਸਬੂਤ ਨਹੀਂ ਜੋ ਦੱਸੇ ਕਿ ਯਹੂਦੀ ਕਦੇ ਮੂਰਤੀਆਂ ਅੱਗੇ ਝੁਕੇ ਹਨ। ਦੁਨੀਆ ਵਿੱਚ 3 ਵੱਡੇ ਧਰਮ ਹਨ, ਕ੍ਰਿਸਚਨ, ਮੁਸਲਿਮ ਅਤੇ ਯਹੂਦੀ, ਜੋ ਮੂਰਤੀਆਂ ਅੱਗੇ ਨਹੀਂ ਝੁਕਦੇ। ਹੁਣ ਮੈਂ ਤੁਹਾਡੇ ਨਾਲ ਕੁਝ ਹੋਰ ਚੀਜ਼ਾਂ ਦੇ ਬਾਰੇ ਗੱਲਬਾਤ ਕਰਨ ਜਾ ਰਿਹਾ ਹਾਂ ਜੋ 70 ਸਾਲਾਂ ਵਿੱਚ ਹੋਈਆਂ। ਜਦ ਯਹੂਦੀ ਲੋਕ ਬਾਬਲ ਵਿੱਚ ਸਨ, ਯਹੂਦੀ ਸੰਸਕ੍ਰਿਤ ਵਿੱਚ ਸਿਨਗੋਗ ਦਾ ਜਨਮ ਹੋਇਆ। ਸਿਨਗੋਗ ਦਾ ਅਰਥ ਹੈ ਉਹ ਥਾਂ ਜਿੱਥੇ ਯਹੂਦੀ ਲੋਕ ਇਕੱਠੇ ਹੋ ਕੇ ਪਰਮੇਸ਼ਰ ਦੀ ਆਰਾਧਨਾ ਕਰਦੇ ਸੀ, ਕਿਉਂ ਜੋ ਉੱਥੇ ਉਹਨਾਂ ਦਾ ਮੰਦਰ ਨਹੀਂ ਸੀ। ਇਸ ਲਈ ਯਹੂਦੀ ਲੋਕਾਂ ਨੇ ਸਿਨਗੋਗ ਬਣਾ ਲਏ ਤਾਂ ਕਿ ਉੱਥੇ ਇਕੱਠੇ ਹੋ ਕੇ ਉਸ ਤਰ੍ਹਾਂ ਹੀ ਪਰਮੇਸ਼ਰ ਦੀ ਆਰਾਧਨਾ ਕਰ ਸਕਣ ਜਿਸ ਤਰ੍ਹਾਂ ਉਹ ਕਰਦੇ ਆ ਰਹੇ ਸਨ। 70 ਸਾਲਾਂ ਦੀ ਬੰਦਵਾਈ ਵਿੱਚ ਸਿਨਗੋਗ ਉਹਨਾਂ ਦੀ ਆਰਾਧਨਾ ਦਾ ਕੇਂਦਰ ਬਣ ਗਏ। ਇਹਨਾਂ ਦਾ 70 ਸਾਲਾਂ ਵਿੱਚ ਪਰਮੇਸ਼ਰ ਨੇ ਸਿਨਗੋਗ ਦਾ ਜਨਮ ਹੋਣ ਦਿੱਤਾ ਅਤੇ ਇਹ ਹੀ ਸਿਨਗੋਗ ਅੱਜ ਦੀ ਕਲੀਸਿਆ ਦੇ ਚਰਚ ਬਣ ਗਏ। ਤੁਸੀਂ ਵੇਖਿਆ ਪਰਮੇਸ਼ਰ ਕਿਸ ਤਰ੍ਹਾਂ ਕੰਮ ਕਰ ਰਿਹਾ ਸੀ। ਹੁਣ ਮੈਂ ਤੁਹਾਨੂੰ ਤੀਜੀ ਚੀਜ਼ ਦੱਸਦਾ ਹਾਂ ਜੋ ਬੰਦਵਾਈ ਦੇ ਦੌਰਾਨ ਹੋਈ। ਯਹੂਦੀਆਂ ਨੇ ਆਜ਼ਰਾ ਦੀ ਅਗਵਾਈ ਵਿੱਚ ਪੁਰਾਣੇ ਨੇਮ ਦੀਆਂ ਸਾਰੀਆਂ ਕਿਤਾਬਾਂ ਨੂੰ ਇਕੱਠਾ ਕੀਤਾ। ਅੱਜ ਉਹ ਪੁਰਾਣੇ ਨੇਮ ਦੀਆਂ 39 ਕਿਤਾਬਾਂ ਸਾਡੇ ਕੋਲ ਬਾਈਬਲ ਵਿੱਚ ਹਨ। ਇਹ ਸਾਰੀਆਂ ਕਿਤਾਬਾਂ ਬੰਦਵਾਈ ਦੇ ਦੌਰਾਨ ਯਹੂਦੀਆਂ ਨੇ ਬਾਬਲ ਵਿੱਚ ਹੀ ਇਕੱਠੀਆਂ ਕੀਤੀਆਂ। ਹੁਣ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਹਾਂ। ਉਸ ਸਮੇਂ ਦੇ ਦੌਰਾਨ ਯਹੂਦੀਆਂ ਨੇ ਪਰਮੇਸ਼ਰ ਦਾ ਨਾਮ ਯਹੋਵਾ ਕਰਕੇ ਕਹਿਣਾ ਸ਼ੁਰੂ ਕੀਤਾ। ਤੁਸੀਂ ਜਾਣਦੇ ਹੋ, ਜਦ ਸ਼ਾਸਤਰ ਲਿਖਿਆ ਗਿਆ ਸੀ, ਪੁਰਾਣੇ ਵਿੱਚ ਪਰਮੇਸ਼ਰ ਨੂੰ ਯਹੋਵਾ ਦਾ ਜਗ੍ਹਾ ਯਹੋਵੇ
ਆਖਿਆ ਜਾਂਦਾ ਸੀ। ਇਹ ਨਾਮ ਇੰਨਾ ਪਵਿੱਤਰ ਸੀ ਕਿ ਉਹ ਇਸ ਨੂੰ ਆਪਣੇ ਪੈਨ ਨਾਲ ਲਿਖਣਾ ਵੀ ਨਹੀਂ ਚਾਹੁੰਦੇ ਸਨ। ਇਸ ਸਮੇਂ ਦੇ ਦੌਰਾਨ ਹੀ ਯਹੂਦੀਆਂ ਨੇ ਪਰਮੇਸ਼ਰ ਨੂੰ ਯਹੋਵਾ ਕਹਿਣਾ ਸ਼ੁਰੂ ਕੀਤਾ। ਰਸੂਲਾਂ ਦੀ ਕਿਤਾਬ 15 ਅਧਿਆਇ 21 ਵਚਨ ਸਾਨੂੰ ਦੱਸਦਾ ਹੈ, ਕਿਉਂ ਜੋ ਅਗਲੇ ਸਮਿਆਂ ਤੋਂ ਹਰ ਨਗਰ ਵਿੱਚ ਮੂਸਾ ਦੇ ਪ੍ਰਚਾਰਕ ਹੁੰਦੇ ਆਏ ਅਤੇ ਹਰ ਸੱਬਤ ਦੇ ਦਿਨ ਸਮਾਜਾਂ ਵਿੱਚ ਉਹਦੀ ਪੋਥੀ ਪੜ੍ਹੀ ਜਾਂਦੀ ਹੈ। ਇਹ ਸਾਨੂੰ ਦੱਸਦੀ ਹੈ ਕਿ ਹਰੇਕ ਸਿਨਗੋਗ ਵਿੱਚ ਪਰਮੇਸ਼ਰ ਨੂੰ ਯਹੋਵਾ ਕਰਕੇ ਹੀ ਆਰਾਧਨਾ ਕੀਤੀ ਜਾਂਦੀ ਸੀ ਅਤੇ ਇਸ ਦੀ ਸ਼ੁਰੂਆਤ ਬੰਦਵਾਈ ਦੇ ਸਮੇਂ ਵਿੱਚ ਹੋਈ। ਤੁਸੀਂ ਵੇਖਿਆ ਕਿ ਬੰਦਵਾਈ ਦੇ ਸਮੇਂ ਯਹੂਦੀਆਂ ਲਈ ਵਿਅਰਥ ਨਹੀਂ ਸੀ, ਪਰ ਇਸ ਵਿੱਚ ਪਰਮੇਸ਼ਰ ਦਾ ਕੋਈ ਮਕਸਦ ਸੀ। ਤੁਸੀਂ ਜਾਣਦੇ ਹੋ, ਇਹ ਗੱਲ ਵਿਅਕਤੀਗਤ ਤੌਰ ਤੇ ਮੈਨੂੰ ਕੀ ਦੱਸਦੀ ਹੈ। ਕਈ ਵਾਰ ਐਸੇ ਸਮੇਂ ਆਉਂਦੇ ਹਨ ਜਦ ਮੈਂ ਨਹੀਂ ਸਮਝ ਪਾਉਂਦਾ ਕਿ ਪਰਮੇਸ਼ਰ ਨਾਲ ਕੀ ਕਰਾਂ, ਮੇਰੇ ਜੀਵਨ ਵਿੱਚ ਕੀ ਹੋ ਰਿਹਾ ਹੈ। ਪ੍ਰਭੂ, ਤੂੰ ਮੈਨੂੰ ਇਸ ਜਗ੍ਹਾ ਉੱਤੇ ਕਿਉਂ ਰੱਖਿਆ ਹੋਇਆ ਹੈ? ਤੂੰ ਕੀ ਕਰਨ ਦਾ ਯਤਨ ਕਰ ਰਿਹਾ ਹੈ? ਪਰ ਕਾਫੀ ਸਮੇਂ ਬਾਅਦ ਮੈਂ ਇਸ ਗੱਲ ਦਾ ਅਹਿਸਾਸ ਕਰਦਾ ਹਾਂ ਕਿ ਪਰਮੇਸ਼ਰ ਮੇਰੇ ਨਾਲ ਕੁਝ ਕਰ ਰਿਹਾ ਹੈ ਕਿ ਮੈਨੂੰ ਸਮਝ ਆ ਜਾਵੇ। ਯਹੂਦੀ ਬੰਦਵਾਈ ਦੇ ਦੌਰਾਨ ਨਹੀਂ ਜਾਣਦੇ ਸੀ ਕਿ ਪਰਮੇਸ਼ਰ ਉਹਨਾਂ ਨਾਲ ਕੁਝ ਕਰ ਰਿਹਾ ਹੈ। ਪਰਮੇਸ਼ਰ ਉਹਨਾਂ ਨੂੰ ਸਜ਼ਾ ਦੇ ਕੇ ਤਿਆਰ ਕਰ ਰਿਹਾ ਸੀ ਤਾਂ ਕਿ ਉਹ ਉਸ ਦੀ ਆਉਣ ਵਾਲੀ ਯੋਜਨਾ ਨੂੰ ਪੂਰਾ ਕਰ ਸਕਣ। ਬਾਈਬਲ ਦੱਸਦੀ ਹੈ, ਪਰਮੇਸ਼ਰ ਨੇ ਦਾਨੀਏਲ ਦੀ ਪ੍ਰਾਰਥਨਾ ਸੁਣ ਕੇ ਉਸ ਨਾਲ ਗੱਲਬਾਤ ਕਰਨੀ ਚਾਹੀ ਅਤੇ ਉਸ ਨੂੰ ਆਉਣ ਵਾਲੇ ਸਮੇਂ ਦੀ ਖਬਰ ਦਿੱਤੀ। ਪਰਮੇਸ਼ਰ ਨੇ ਆਪਣੇ ਖਾਸ ਦੂਤ ਜਬਰਾਇਲ ਨੂੰ ਉਸ ਕੋਲ ਭੇਜਿਆ ਕਿ ਉਸ ਨੂੰ ਉਸ ਦੀ ਪ੍ਰਾਰਥਨਾ ਦਾ ਉੱਤਰ ਦੇਵੇ। ਹੁਣ ਜੇ ਤੁਸੀਂ ਮੇਰੇ ਨਾਲ ਦਾਨੀਏਲ ਦੀ ਕਿਤਾਬ ਦੇ 8ਵੇਂ ਅਧਿਆਇ ਵਿੱਚ ਚਲੋ ਤਾਂ ਮੈਂ ਤੁਹਾਨੂੰ 5 ਚੀਜ਼ਾਂ ਦਿਖਾਵਾਂਗਾ ਕਿ ਕਿਸ ਤਰ੍ਹਾਂ ਪਰਮੇਸ਼ਰ ਆਪਣੇ ਨਬੀ ਦੇ ਨਾਲ ਸੰਬੰਧ ਰੱਖਦਾ ਹੈ। ਸਭ ਤੋਂ ਪਹਿਲਾਂ ਐਤ 18 ਅਤੇ 19 ਨੂੰ ਪੜ੍ਹਦੇ ਹਾਂ। ਅਤੇ ਜਦ ਉਹ ਮੈਨੂੰ ਆਖਦਾ ਪਿਆ ਸੀ ਤਾਂ ਮੈਂ ਮੂੰਹ ਭਰਨੇ ਵੱਡੀ ਨੀਂਦਰ ਵਿੱਚ ਧਰਤੀ ਉੱਤੇ ਪਿਆ ਸਾਂ, ਤਾਂ ਉਹਨੇ ਮੈਨੂੰ ਛੂਹਿਆ ਅਤੇ ਸਿੱਧਾ ਕਰਕੇ ਖੜਾ ਕੀਤਾ ਅਤੇ ਆਖਿਆ, ਵੇਖ, ਮੈਂ ਤੈਨੂੰ ਦੱਸਦਾ ਹਾਂ ਕਿ ਕ੍ਰੋਧ ਦੇ ਛੇਕੜ ਕੀ ਹੋਵੇਗਾ। ਪਰਮੇਸ਼ਰ ਨੇ ਦਾਨੀਏਲ ਨੂੰ ਛੂਹਿਆ ਤਾਂ ਕਿ ਉਹ ਵੇਖ ਸਕੇ। ਉਸ ਨੇ ਦ੍ਰਿਸ਼ਟੀ ਦਿੱਤੀ, ਉਸ ਨੂੰ ਪ੍ਰਕਾਸ਼ਨ ਦਿੱਤਾ। ਹੁਣ ਆਖਿਆ 9 ਦੀ ਐਤ 21 ਅਤੇ 22 ਵਿੱਚ ਚਲੋ। ਅਰਦਾਸ ਕਰਦੇ ਹੀ ਮੇਰੇ ਮੂੰਹੋਂ ਗੱਲਾਂ ਹੋ ਰਹੀਆਂ, ਜਾਂ ਉਹ ਜਨ ਅਰਥਾਤ ਜਬਰਾਇਲ ਜਿਹਨੂੰ ਮੈਂ ਪਹਿਲੋ ਪਹਿਲ ਦਰਸ਼ਨ ਵਿੱਚ ਡਿੱਠਾ ਸੀ, ਆਗਿਆ ਦੇ ਅਨੁਸਾਰ ਛੇਤੀ ਉੱਡ ਕੇ ਆਇਆ ਤੇ ਮੈਨੂੰ ਛੂਹਿਆ। ਪਰਮੇਸ਼ਰ ਨੇ ਦਾਨੀਏਲ ਨੂੰ ਸਵਰਗ ਦੂਤ ਦੇ ਰਾਹੀਂ ਛੂਹਿਆ ਤਾਂ ਕਿ ਉਸ ਨੂੰ ਸਮਝ ਦਿੱਤੀ ਜਾਏ। ਅਧਿਆਇ 10 ਦੀ ਐਤ 10 ਅਤੇ 11 ਵੱਲ ਧਿਆਨ ਕਰੋ ਅਤੇ ਵੇਖੋ, ਇੱਕ ਹੱਥ ਨੇ ਮੈਨੂੰ ਛੂਹਿਆ ਅਤੇ ਮੈਨੂੰ ਗੋਡਿਆਂ ਔਰ ਤਲੀਆਂ ਉੱਤੇ ਬਿਠਾਇਆ। ਉਸ ਮੈਨੂੰ ਆਖਿਆ, ਹੇ ਦਾਨੀਏਲ, ਅਤ ਪਿਆਰੇ ਮਨੁੱਖ, ਜੋ ਮੈਨੂੰ ਤੈਨੂੰ ਆਖਦਾ ਹਾਂ ਉਹਨਾਂ ਗੱਲਾਂ ਨੂੰ ਸਮਝ ਲੈ ਅਤੇ ਸਿੱਧਾ ਖਲੋ ਜਾ, ਕਿਉਂ ਜੋ ਮੈਂ ਤੇਰੇ ਕੋਲ ਹੁਣ ਭੇਜਿਆ ਗਿਆ ਹਾਂ। ਅਤੇ ਜਦੋਂ ਉਸ ਨੇ ਮੈਨੂੰ ਇਹ ਗੱਲਾਂ ਕਹੀਆਂ ਤਾਂ ਮੈਂ ਕੰਬਦਾ ਖਲੋ ਗਿਆ। ਪਰਮੇਸ਼ਰ ਨੇ ਦਾਨੀਏਲ ਨੂੰ ਛੂਹਿਆ ਤਾਂ ਕਿ ਉਹ ਖੜਾ ਹੋ ਸਕੇ। ਹੁਣ ਇਸੇ ਹੀ ਅਧਿਆਇ ਦੀ 16ਵੀਂ ਐਤ ਨੂੰ ਵੇਖੋ ਅਤੇ ਵੇਖੋ, ਕਿਸੇ ਨੇ ਜੋ ਮਨੁੱਖ ਦੇ ਪੁੱਤਰ ਵਾਂਗੂ ਸੀ ਮੇਰੇ ਹੋਠਾਂ ਨੂੰ ਛੂਹਿਆ, ਤਦ ਮੈਂ ਆਪਣਾ ਮੂੰਹ ਖੋਲ੍ਹਿਆ ਅਤੇ ਬੋਲਿਆ, ਅਤੇ ਜੋ ਮੇਰੇ ਸਾਹਮਣੇ ਖਲੋਤਾ ਸੀ ਉਸ ਨੂੰ ਆਖਿਆ, ਹੇ ਮੇਰੇ ਸੁਆਮੀ, ਉਹ ਦਰਸ਼ਨ ਦੇ ਕਾਰਨ ਮੇਰੇ ਸੋਗਾਂ ਨੂੰ ਮੇਰੇ ਉੱਤੇ ਹੱਲਾ ਕੀਤਾ ਹੈ ਅਤੇ ਮੇਰੇ ਵਿੱਚ ਰਤਾ ਵੀ ਬਲ ਨਹੀਂ ਰਿਹਾ। ਪਰਮੇਸ਼ਰ ਨੇ ਦਾਨੀਏਲ ਨੂੰ ਛੂਹਿਆ ਤਾਂ ਕਿ ਉਹ ਬੋਲ ਸਕੇ। ਹੁਣ ਆਖਰ ਵਿੱਚ ਐਤ 18 ਵੱਲ ਗੌਰ ਕਰੋ। ਤਦ ਇੱਕ ਜਨ ਨੇ, ਜਿਹਦਾ ਰੂਪ ਮਨੁੱਖ ਵਰਗਾ ਸੀ, ਮੁੜ ਮੈਨੂੰ ਛੂਹਿਆ ਅਤੇ ਉਹਨੇ ਮੈਨੂੰ ਜ਼ੋਰ ਦਿੱਤਾ। ਪਰਮੇਸ਼ਰ ਨੇ ਦਾਨੀਏਲ ਨੂੰ ਛੂਹਿਆ ਤਾਂ ਕਿ ਉਹ ਮਜ਼ਬੂਤ ਹੋ ਸਕੇ। ਕੀ ਇਹ ਮਜ਼ੇਦਾਰ ਗੱਲ ਨਹੀਂ ਕਿ ਪਰਮੇਸ਼ਰ ਸਾਨੂੰ ਪਿਆਰ ਕਰਦਾ ਹੈ ਅਤੇ ਸਾਨੂੰ ਸੰਕੇਤ ਦੇ ਕੇ ਤਿਆਰ ਕਰਨਾ ਚਾਹੁੰਦਾ ਹੈ। ਅਸੀਂ ਵੇਖਿਆ ਕਿ 5 ਅਲੱਗ-ਅਲੱਗ ਸਮੇਂ ਵਿੱਚ ਨਬੀ ਦੇ ਜੀਵਨ ਵਿੱਚ ਪਰਮੇਸ਼ਰ ਨੇ ਉਸ ਨਾਲ ਗੱਲਬਾਤ ਕੀਤੀ, ਕਿਉਂ ਜੋ ਉਹ ਪਰਮੇਸ਼ਰ ਦਾ ਆਗਿਆਕਾਰੀ ਸੀ। ਪਰਮੇਸ਼ਰ ਨੇ ਆਪਣੇ ਦੂਤ ਨੂੰ ਭੇਜ ਕੇ ਉਹਨੂੰ ਛੂਹਿਆ ਤਾਂ ਕਿ ਉਹ ਬੋਲ ਸਕੇ, ਤਾਂ ਕਿ ਉਹ ਸਮਝ ਪਾ ਸਕੇ, ਤਾਂ ਕਿ ਉਹ ਜ਼ਰੂਰਤ ਦੇ ਸਮੇਂ ਵਿੱਚ ਖੜਾ ਹੋ ਸਕੇ, ਤਾਂ ਕਿ ਉਹ ਮਜ਼ਬੂਤ ਹੋ ਸਕੇ। ਪਰਮੇਸ਼ਰ ਆਪਣੇ ਲੋਕਾਂ ਦੀ ਦੇਖਭਾਲ ਕਰਦਾ ਹੈ। ਆਮੀਨ। ਪਿਆਰੇ ਦਰਸ਼ਕੋ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ
ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਣੇ ਰਹੇ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦਾਨੀਏਲ ਨਬੀ ਦੀ ਭਵਿੱਖਬਾਣੀ ਦੇ 70ਵੇਂ ਸਾਤੇ ਦੇ ਉੱਤੇ ਗੌਰ ਕਰਦੇ ਹੋਏ ਰਾਜਕੁਮਾਰਾਂ ਦੀ ਸਮਾਨਤਾ ਦੇ ਬਾਰੇ ਜਾਣਿਆ। ਇਹ ਰਾਜਕੁਮਾਰ ਪ੍ਰਭੂ ਯਿਸੂ ਮਸੀਹ ਅਤੇ ਮਸੀਹ ਵਿਰੋਧੀ ਹਨ। ਮਸੀਹ ਵਿਰੋਧੀ ਨੂੰ ਪਾਪ ਦਾ ਪੁਰਖ ਵੀ ਕਿਹਾ ਜਾਂਦਾ ਹੈ। ਇਸ ਨੂੰ ਕਈ ਹੋਰ ਨਾਮਾਂ ਤੋਂ ਵੀ ਪੁਕਾਰਿਆ ਜਾਂਦਾ ਹੈ। ਅਸੀਂ ਜਾਣਿਆ ਕਿ ਇਹ ਮਸੀਹ ਵਿਰੋਧੀ ਕਲੇਸ਼ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਸਾਤੇ ਦੇ ਲਈ ਇਜ਼ਰਾਈਲੀਆਂ ਦੇ ਨਾਲ ਸੰਧੀ ਕਰੇਗਾ। ਅਸੀਂ ਜਾਣਿਆ ਕਿ ਇਹ ਇੱਕ ਸਾਤਾ 7 ਸਾਲਾਂ ਦੇ ਬਰਾਬਰ ਹੈ। ਇਸ ਤੋਂ ਬਾਅਦ ਅਸੀਂ 70ਵੇਂ ਸਾਤੇ ਦਾ ਮਹੂਰਤ ਉਸ ਦੇ ਬਾਰੇ ਜਾਣਿਆ। ਅਸੀਂ ਜਾਣਿਆ ਕਿ ਸਾਰੇ ਸੰਸਾਰ ਦੇ ਵਿੱਚ ਯਹੂਦੀਆਂ ਦੀ ਸਭ ਤੋਂ ਵੱਡੀ ਇੱਕੋ ਹੀ ਇੱਛਾ ਹੈ ਕਿ ਉਹਨਾਂ ਦਾ ਪਰਮੇਸ਼ਰ ਦਾ ਭਵਨ ਫੇਰ ਤੋਂ ਉਸਾਰਿਆ ਜਾਏ, ਤਾਂ ਜੋ ਉਹ ਉੱਥੇ ਜਾ ਕੇ ਉਸ ਦੇ ਵਿੱਚ ਆਪਣੀ ਭੇਟਾਂ ਨੂੰ ਚੜਾ ਸਕਣ। ਮਸੀਹ ਵਿਰੋਧੀ ਯਹੂਦੀਆਂ ਨੂੰ ਆਪਣੇ ਭਰੋਸੇ ਦੇ ਵਿੱਚ ਲੈ ਕੇ ਉਹਨਾਂ ਦੇ ਨਾਲ ਸੰਧੀ ਕਰੇਗਾ, ਪਰ 3.5 ਸਾਲਾਂ ਬਾਅਦ ਇਸ ਸੰਧੀ ਨੂੰ ਤੋੜ ਦੇਵੇਗਾ। ਅਸੀਂ ਮਹਾਕਲੇਸ਼ ਦੇ ਬਾਰੇ ਜਾਣਿਆ। ਅਸੀਂ ਜਾਣਿਆ ਕਿ ਜੋ ਕੁਝ ਵੀ ਪਰਮੇਸ਼ਰ ਯਹੂਦੀਆਂ ਤੋਂ ਚਾਹੁੰਦਾ ਹੈ, ਉਹ ਸਭ ਚੀਜ਼ਾਂ ਕਲੇਸ਼ ਦੇ ਸਮੇਂ ਤੋਂ ਬਾਅਦ ਪੂਰੀ ਹੋ ਜਾਣਗੀਆਂ। ਅਸੀਂ ਜਾਣਿਆ ਕਿ 70 ਸਾਤੇ ਦੇ ਬਾਅਦ ਯਹੂਦੀ ਲੋਕ ਪਰਮੇਸ਼ਰ ਦਾ ਵਿਰੋਧ ਨਹੀਂ ਕਰਨਗੇ। ਮਹਾਕਲੇਸ਼ ਤੋਂ ਬਾਅਦ ਸ਼ਾਂਤੀ ਦੇ ਰਾਜ ਦੀ ਸ਼ੁਰੂਆਤ ਹੋਏਗੀ ਅਤੇ ਪਾਪ ਦਾ ਅੰਤ ਹੋ ਜਾਏਗਾ। ਅਸੀਂ ਜਾਣਿਆ ਕਿ ਬਾਈਬਲ ਬਾਣੀ ਦੱਸਦੀ ਹੈ ਕਿ 1000 ਸਾਲ ਦੇ ਰਾਜ ਵਿੱਚ ਪਰਮੇਸ਼ਵਰ ਦਾ ਭਵਨ ਬਣਾਇਆ ਜਾਏਗਾ ਅਤੇ ਇਸ ਸ਼ਾਂਤੀ ਦੇ ਰਾਜ ਦਾ ਰਾਜਾ ਪ੍ਰਭੂ ਯਿਸੂ ਮਸੀਹ ਹੋਏਗਾ। ਇਸ ਤੋਂ ਬਾਅਦ ਅਸੀਂ ਦਾਨੀਏਲ ਨਬੀ ਦੇ 70 ਸਾਤਿਆਂ ਦੇ ਜੋੜ ਬਾਰੇ ਜਾਣਿਆ। ਇਸ ਦੇ ਵਿੱਚ ਅਸੀਂ ਪਰਮੇਸ਼ਰ ਦੇ ਲੋਕਾਂ ਦੀ ਨਿੱਤਤਾ, ਉਹਨਾਂ ਦੇ ਬੰਦਵਾਈ ਦੇ ਵਿੱਚ ਜਾਣ ਦਾ ਮਕਸਦ ਅਤੇ ਪਰਮੇਸ਼ਰ ਦਾ ਆਪਣੇ ਲੋਕਾਂ ਅਤੇ ਨਬੀ ਦੇ ਨਾਲ ਵਿਅਕਤੀਗਤ ਦਖਲ ਦੇ ਬਾਰੇ ਜਾਣਿਆ। ਦੋਸਤੋ, ਸਾਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਸਾਡੇ ਅੱਜ ਦਾ ਅਧਿਐਨ ਪ੍ਰੋਗਰਾਮ ਬਹੁਤ ਅੱਛਾ ਲੱਗਿਆ ਹੋਵੇਗਾ ਔਰ ਤੁਸੀਂ ਸਾਰਿਆਂ ਨੂੰ ਬਹੁਤ ਲਾਭ ਮਿਲਿਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ। ਅੱਜ ਇੱਕ ਵਾਰ ਫਿਰ ਤੋਂ ਪਿਤਾ ਪਰਮੇਸ਼ਰ ਤੁਸੀਂ ਸਾਡੇ ਤੇ ਦਇਆ ਕੀਤੀ, ਆਪਣੇ ਵਚਨ ਦੇ ਭੇਤਾਂ ਨੂੰ ਸਾਨੂੰ ਸਿਖਾਇਆ ਪ੍ਰਭੂ ਜੀ, ਸਾਨੂੰ ਸਮਝਾਇਆ ਪ੍ਰਭੂ ਜੀ ਕਿ 70ਵੇਂ ਸਾਤੇ 'ਚ ਕੀ ਹੋਣ ਜਾ ਰਿਹਾ, ਸਾਨੂੰ ਸਮਝਾਇਆ ਕਿ ਆਉਣ ਵਾਲੇ ਸਮੇਂ ਵਿੱਚ ਪ੍ਰਭੂ ਇੱਕ ਤਰਫ ਯਿਸੂ ਮਸੀਹ ਔਰ ਦੂਜੀ ਤਰਫ ਮਸੀਹ ਵਿਰੋਧੀ ਹੋਏਗਾ, ਜਿਹੜੇ ਕਿ ਦੋਨੋਂ ਹੀ ਰਾਜਕੁਮਾਰ ਕਹਿਲਾਉਂਦੇ ਹਨ। ਪਿਤਾ ਪਰਮੇਸ਼ਵਰ, ਅਸੀਂ ਜਾਣਿਆ ਕਿ ਮਸੀਹ ਵਿਰੋਧੀ ਕਿਸ ਤਰ੍ਹਾਂ ਯਹੂਦੀਆਂ ਦੇ ਨਾਲ ਸੰਧੀ ਕਰਕੇ ਉਹਨੂੰ ਤੋੜੇਗਾ ਔਰ ਬਾਅਦ 'ਚ ਪਿਤਾ ਪਰਮੇਸ਼ਵਰ ਇਸ ਸਾਰੇ ਸੰਸਾਰ ਦੇ ਉੱਤੇ ਰਾਜ ਕਰਦੇ ਹੋਏ ਮਸੀਹੀਆਂ ਦੇ ਲਈ ਵਿਰੋਧਤਾ ਪੈਦਾ ਕਰੇਗਾ, ਉਹਨਾਂ ਦੇ ਖਿਲਾਫ ਖੜਾ ਹੋਏਗਾ ਔਰ ਉਹਨਾਂ ਨੂੰ ਸਤਾਏਗਾ। ਲੇਕਿਨ ਪਿਤਾ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਅੰਤ ਵਿੱਚ ਯਿਸੂ ਮਸੀਹ ਦਾ ਰਾਜ ਇਸ ਧਰਤੀ 'ਤੇ ਸਥਾਪਿਤ ਹੋਏਗਾ, ਜੋ ਕਿ ਸ਼ਾਂਤੀ ਦਾ ਰਾਜ ਕਹਿਲਾਏਗਾ। ਧੰਨਵਾਦ ਕਰਦੇ ਪਿਤਾ ਪਰਮੇਸ਼ਰ ਇਸ ਅੱਛੇ ਵਚਨ ਵਾਸਤੇ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।